ਗਿਆਨੀ ਸੰਤ ਸਿੰਘ ਜੀ ਮਸਕੀਨ ਦੀ ਆਡੀਓ ਰਿਕਾਰਡਿੰਗ ਦੂਸਰੇ ਗਰੁੱਪ ਦੇ ਵਿੱਚ ਕਿਸੇ ਪ੍ਰੇਮੀ ਨੇ ਪਾਈ ਹੋਈ ਹੈ। ਇਸ ਨੂੰ ਮੈਂ ਪਹਿਲੇ ਗਰੁੱਪ ਦੇ ਵਿੱਚ ਵੀ ਪਾ ਦਿੰਦਾ ਹਾਂ ਤਾਂ ਕਿ ਤੁਸੀਂ ਸੁਣ ਸਕੋ ਤੇ ਤੁਹਾਨੂੰ ਪਤਾ ਲੱਗ ਸਕੇ ਕਿ ਪੜ੍ਹੇ ਹੋਏ ਗਿਆਨੀਆਂ ਦਾ, ਜਿਨ੍ਹਾਂ ਨੇ ਪੜ੍ਹ ਕੇ ਇੱਧਰੋਂ ਉੱਧਰੋਂ ਯਾਦ ਕੀਤਾ ਹੋਇਆ ਹੈ, ਜਾਣਕਾਰੀ ਹੈ ਜਿਨ੍ਹਾਂ ਨੂੰ ਬਹੁਤ, ਉਹਨਾਂ ਦਾ ਤੇ ਜਿਨ੍ਹਾਂ ਨੇ ਜਾਣਿਆ ਹੈ ਉਹਨਾਂ ਦਾ ਕੀ ਫਰਕ ਹੈ। ਸੰਤ ਸਿੰਘ ਮਸਕੀਨ ਜੀ ਆਪਣੀ ਹੀ ਘਟਨਾ ਇੱਕ ਦੱਸ ਰਹੇ ਹਨ ਕਿ ਉਹਨਾਂ ਨੂੰ ਸਰਬ ਧਰਮ ਸੰਮੇਲਨ ਦੇ ਵਿੱਚ ਇੰਦੌਰ ਸੱਦਿਆ ਗਿਆ ਸੀ ਤੇ ਉੱਥੇ ਸਾਰੇ ਧਰਮਾਂ ਦੇ ਜਿਹੜੇ ਪ੍ਰਚਾਰਕ ਸਨ, ਮੇਨ ਖਾਸ ਉਹਨਾਂ ਨੂੰ ਬੁਲਾਵਾ ਦਿੱਤਾ ਗਿਆ ਹੋਵੇਗਾ ਤੇ ਇਹਨਾਂ ਨੂੰ ਵੀ ਸਿੱਖ ਧਰਮ ਦੀ ਤਰਫ ਤੋਂ ਸੱਦਿਆ ਗਿਆ। ਇਹ ਕਹਿ ਰਹੇ ਹਨ ਕਿ ਸਾਨੂੰ ਘਬਰਾਹਟ ਹੋ ਰਹੀ ਸੀ। ਅਕਸਰ ਜਿਹਨੇ ਯਾਦ ਕੀਤਾ ਹੁੰਦਾ ਹੈ ਨਾ, ਚੇਤੇ ਕੀਤੇ ਹੁੰਦੇ ਹਨ ਗ੍ਰੰਥ, ਦਲੀਲਾਂ, ਉਹਨੂੰ ਘਬਰਾਹਟ ਹੁੰਦੀ ਹੀ ਹੈ, ਕਿਉਂਕਿ ਚੇਤਾ ਕੀਤਾ ਹੋਇਆ ਭੁੱਲ ਸਕਦਾ ਹੈ, ਯਾਦ ਕੀਤਾ ਹੋਇਆ ਭੁੱਲ ਸਕਦਾ ਹੈ, ਤੇ ਜਾਂ ਇਹ ਵੀ ਹੋ ਸਕਦਾ ਹੈ ਮੇਰੇ ਨਾਲੋਂ ਦੂਸਰੇ ਨੂੰ ਜ਼ਿਆਦਾ ਯਾਦ ਹੋਵੇ ਧਾਰਮਿਕ ਗ੍ਰੰਥ। ਫਿਰ ਧਾਰਮਿਕ ਗ੍ਰੰਥਾਂ ਦੇ ਹਵਾਲੇ ਹੀ ਤਾਂ ਦੇਣੇ ਹਨ। ਤੇ ਉੱਥੇ ਸੰਮੇਲਨ ਦੇ ਵਿੱਚ ਪਰਮਾਤਮਾ ਨੂੰ ਸਿੱਧ ਕਰਨਾ ਹੈ ਦਲੀਲਾਂ ਦੇ ਕੇ। ਪਰਮਾਤਮਾ ਕੋਈ ਸਿੱਧ ਕਰਨ ਦਾ ਵਿਸ਼ਾ ਹੈ। ਪਹਿਲੀ ਗੱਲ ਤੇ ਇਹ, ਕਿਵੇਂ ਕਰੋਗੇ? ਫਿਰ ਦੂਸਰੀ ਗੱਲ ਹੈ ਵੀ ਜਿਹੜਾ ਦਲੀਲਾਂ ਦੇ ਰਿਹਾ ਹੈ, ਪ੍ਰਮਾਣ ਦਿੰਦਾ, ਉਹ ਵੀ ਗ੍ਰੰਥਾਂ ਤੋਂ ਹੀ ਦੇ ਰਿਹਾ ਹੈ, ਤੇ ਜਿਹੜਾ ਪ੍ਰਮਾਣਾਂ ਦਾ ਖੰਡਨ ਕਰ ਰਿਹਾ ਹੈ ਨਾਸਤਿਕ, ਉਹ ਵੀ ਗ੍ਰੰਥਾਂ 'ਚੋਂ ਕਰ ਰਿਹਾ ਹੈ। ਆਪਣਾ ਤੇ ਕਿਸੇ ਕੋਲ ਕੁਛ ਨਹੀਂ ਹੈ। ਇਵੇਂ ਹੀ ਤੇ ਪੁਰਾਣੇ ਸਮਿਆਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਮੇਂ ਬਹੁਤ ਸਨ ਵੱਡੇ ਵੱਡੇ ਵਿਦਵਾਨ ਪੰਡਤ, ਕਹਿੰਦੇ ਖੋਤਿਆਂ ਦੇ ਉੱਤੇ ਗ੍ਰੰਥ ਲੱਦ ਕੇ ਤੁਰੇ ਫਿਰਦੇ ਰਹਿੰਦੇ ਸਨ। ਉਹ ਤੇ ਇੱਕ ਪ੍ਰਤੀਕ ਹੈ, ਉਹਨਾਂ ਦਾ ਦਿਮਾਗ ਹੀ ਭਰਿਆ ਹੁੰਦਾ ਸੀ ਗ੍ਰੰਥਾਂ ਦੇ ਨਾਲ, ਯਾਦ ਕੀਤੇ ਹੁੰਦੇ ਸਨ, ਤੇ ਉਹੋ ਹੀ ਬੋਝ ਚੱਕ ਕੇ ਸਿਰ ਦੇ ਵਿੱਚ ਤੇ ਤੁਰੇ ਫਿਰਦੇ ਰਹਿੰਦੇ ਸਨ ਤੇ ਚਰਚਾ ਕਰਦੇ ਸਨ ਇੱਕ ਦੂਸਰੇ ਦੇ ਨਾਲ। ਤੇ ਜਿਹੜਾ ਜ਼ਿਆਦਾ ਪੜ੍ਹਿਆ ਹੈ ਗ੍ਰੰਥ ਤਾਂ ਉਹ ਦੂਸਰੇ ਨੂੰ ਹਰਾ ਹੀ ਦੇਵੇਗਾ, ਕਿਉਂਕਿ ਪੜ੍ਹਾਈ ਦਾ ਤੇ ਮਾਮਲਾ ਹੈ। ਜਿਵੇਂ ਬਾਹਰ ਤੁਸੀਂ ਪੜ੍ਹਾਈ ਦੇਖਦੇ ਹੋ, ਕਿਸੇ ਨੇ ਕਿਤਾਬਾਂ ਜ਼ਿਆਦੀਆਂ ਪੜ੍ਹੀਆਂ ਹੋਣ ਤਾਂ ਉਹ ਦੂਸਰੇ ਨੂੰ ਗੱਲ ਹੀ ਨਹੀਂ ਕਰਨ ਦਿੰਦਾ। ਸਿਮਰਤੀ ਤੇਜ਼ ਹੋਵੇ ਤੇ ਗੱਲ ਹੀ ਨਹੀਂ ਕਰਨ ਦਿੰਦਾ ਦੂਸਰੇ ਨੂੰ, ਕਿਉਂਕਿ ਯਾਦ ਕੀਤਾ ਜ਼ਿਆਦਾ ਨਾ, ਦੂਸਰੇ ਨੂੰ ਯਾਦ ਨਹੀਂ। ਤੇ ਪਰਮਾਤਮਾ ਨੂੰ ਗ੍ਰੰਥਾਂ ਦੀਆਂ ਦਲੀਲਾਂ ਦੇ ਕੇ ਕੋਈ ਸਿੱਧ ਥੋੜ੍ਹੀ ਕੀਤਾ ਜਾ ਸਕਦਾ। ਤੇ ਇਹੋ ਜਿਹੇ ਸੰਮੇਲਨ ਦੇ ਉੱਤੇ ਇਹੋ ਜਿਹੇ ਪ੍ਰਚਾਰਕ ਹੀ ਜਾਂਦੇ ਹਨ। ਫਿਰ ਇਹਨਾਂ ਨੂੰ ਹਾਰਨ ਦਾ ਵੀ ਡਰ ਹੁੰਦਾ ਹੈ, ਕਿਤੇ ਬੇਇੱਜ਼ਤੀ ਨਾ ਹੋ ਜਾਵੇ, ਤਦੇ ਤੇ ਪਸੀਨੋ ਪਸੀਨੀ ਹੋ ਰਹੇ ਹਨ ਇਹ ਪ੍ਰਚਾਰਕ। ਨਹੀਂ ਤੇ ਡਰਨ ਦੀ ਕੀ ਲੋੜ ਹੈ? ਜੋ ਮੈਨੂੰ ਯਾਦ ਹੈ, ਮੈਨੂੰ ਪਤਾ ਹੈ
ਮੇਰਾ ਅਨੁਭਵ ਹੈ। ਉਹ ਜਦੋਂ ਮਰਜ਼ੀ ਪੁੱਛ ਲਓ ਤੁਸੀਂ, ਭਾਵੇਂ ਅੱਧੀ ਰਾਤ ਪੁੱਛ ਲਓ। ਜਿਹੜਾ ਜਾਣਦਾ ਹੈ ਜਿਹੜੀ ਗੱਲ ਨੂੰ, ਉਹ ਅੱਧੀ ਰਾਤ ਉੱਠ ਕੇ ਤੁਹਾਨੂੰ ਦੱਸ ਦੂਗਾ। ਪਰ ਜਿਹੜੀ ਜਾਣਕਾਰੀ ਹੈ ਉਹ ਭੁੱਲ ਸਕਦੀ ਹੈ, ਕਿਉਂਕਿ ਜਾਣਕਾਰੀ ਹੁੰਦੀ ਹੈ ਬੁੱਧੀ ਦੇ ਤਲ ਤੇ ਜਾਣਿਆ ਜਾਂਦਾ ਹੈ ਬੁੱਧੀ ਤੋਂ ਪਾਰ ਜਾ ਕੇ। ਉਹ ਨਹੀਂ ਭੁੱਲਦਾ। ਜਿਵੇਂ ਤੁਸੀਂ ਸਵਾਸ ਲੈਂਦੇ ਹੋ ਨਾ, ਇਹ ਤੁਹਾਡੀ ਜਾਣਕਾਰੀ ਦਾ ਹਿੱਸਾ ਨਹੀਂ ਹੈ। ਇਸ ਕਰਕੇ ਰਾਤ ਨੂੰ ਸੁੱਤਿਆਂ ਵੀ ਚੱਲਦੇ ਰਹਿੰਦੇ, ਬੇਹੋਸ਼ ਪਏ ਹੋ ਤਾਂ ਵੀ ਚੱਲਦੇ ਹਨ, ਕਿਉਂਕਿ ਇਹ ਗਹਿਰੇ ਹਨ। ਇਸੇ ਕਰਕੇ ਅਧਿਆਤਮਿਕ ਪੁਰਸ਼ਾਂ ਨੇ ਸਵਾਸਾਂ ਦੁਆਰਾ ਪਰਮਾਤਮਾ ਦੇ ਚਿੰਤਨ ਕਰਨ ਨੂੰ ਕਿਹਾ ਹੈ ਕਿ ਸਵਾਸ ਜਿਹੜੇ ਹਨ ਬਹੁਤ ਗਹਿਰੇ ਹਨ ਤੇ ਤੁਹਾਨੂੰ ਗਹਿਰੇ ਲੈ ਕੇ ਜਾਣਗੇ। ਤੇ ਜਿਹਨੇ ਯਾਦ ਕੀਤੇ ਹੁੰਦੇ ਹਨ ਨਾ ਗ੍ਰੰਥ, ਤੇ ਉਹਨੂੰ ਖਤਰਾ ਹੁੰਦਾ ਹੈ ਭੁੱਲਣ ਦਾ। ਇਸੇ ਕਰਕੇ ਜਿਹੜੇ ਪ੍ਰਚਾਰਕ ਹਨ ਨਾ, ਕਦੀ ਵੀ ਸ਼ਾਂਤ ਨਹੀਂ ਹੋ ਸਕਦੇ ਹਨ, ਕਿਉਂਕਿ ਉਹਨਾਂ ਨੂੰ ਡਰ ਬਣਿਆ ਹੀ ਰਹਿੰਦਾ ਹੈ ਵੀ ਮੇਰੇ ਤੋਂ ਦੂਸਰਾ ਜ਼ਿਆਦਾ ਨਾ ਜਾਣਦਾ ਹੋਵੇ ਜਾਂ ਜ਼ਿਆਦਾ ਨਾ ਜਾਣ ਲਵੇ। ਜਾਣਕਾਰੀ ਹੈ ਨਾ, ਜਾਂ ਮੇਰੀ ਜਾਣਕਾਰੀ ਭੁੱਲ ਨਾ ਜਾਵੇ ਕਿਤੇ। ਤੇ ਜਾਣਕਾਰੀ ਤੇ ਮਰਦੇ ਸਮੇਂ ਭੁੱਲੇਗੀ, ਪਹਿਲਾਂ ਸਿਮਰਤੀ ਟੁੱਟ ਜਾਂਦੀ, ਸਭ ਜਾਣਕਾਰੀ ਭੁੱਲ ਜਾਂਦੀ। ਫਿਰ ਮਸਕੀਨ ਜੀ ਉੱਥੇ ਪ੍ਰਮਾਣ ਕੀ ਦੇ ਰਹੇ ਹਨ? ਦਲੀਲ ਇਹਨਾਂ ਨੇ ਕੀ ਦਿੱਤੀ? ਪਹਿਲੀ ਦਲੀਲ ਤੇ ਇਹ ਦਿੱਤੀ ਹੈ ਵੀ ਜਿਵੇਂ ਫੁੱਲ ਦੇ ਵਿੱਚ ਖੁਸ਼ਬੂ ਹੈ, ਦਿਖਦੀ ਨਹੀਂ। ਉਹ ਕਹਿੰਦਾ ਹੈ ਵੀ ਸੁੰਘ ਕੇ ਪਤਾ ਲੱਗ ਜਾਂਦਾ। ਪ੍ਰੋਫੈਸਰ ਮਿਰਚ ਖਾਈਏ ਤੇ ਕੁੜੱਤਣ ਨਹੀਂ ਦਿਖਦੀ, ਉਹ ਕਹਿੰਦਾ ਖਾ ਕੇ ਪਤਾ ਲੱਗ ਜਾਂਦਾ। ਦਲੀਲਾਂ ਦੇਖੋ ਕੈਸੀਆਂ ਦੇ ਰਹੇ ਹਨ ਇਹ ਪ੍ਰਚਾਰਕ। ਫਿਰ ਕਹਿੰਦਾ ਮੈਂ ਪਾਣੀਓ ਪਾਣੀ ਹੋ ਗਿਆ ਸਾਰੇ, ਵੀ ਹੁਣ ਕੀ ਬਣੇ। ਫਿਰ ਅਗਲੀ ਦਲੀਲ ਜਿਹੜੀ ਦੇ ਰਹੇ ਹਨ ਵੀ ਤੂੰ ਆਪਣੇ ਪਿਤਾ ਨੂੰ ਜਾਣਦਾ ਹੈ, ਉਹਦੇ ਜਨਮ ਨੂੰ ਤੈਨੂੰ ਪਤਾ ਹੈ ਉਹ ਤੇਰਾ ਪਿਤਾ ਹੈ। ਹੁਣ ਇੱਥੇ ਇਹ ਸਵਾਲ ਖੜਾ ਹੁੰਦਾ ਹੈ, ਅਗਰ ਤੁਸੀਂ ਕਬੀਰ ਨੂੰ ਵੀ ਜਾ ਕੇ ਪੁੱਛ ਲਵੋ ਨਾ, ਉਹ ਵੀ ਨਹੀਂ ਜਾਣਦੇ, ਕਿਉਂਕਿ ਇਹ ਸਰੀਰ ਦੀ ਜਾਣਕਾਰੀ ਹੈ। ਇਹਦੇ ਨਾਲ ਆਤਮ ਬੋਧ ਦਾ ਕੋਈ ਸੁਮੇਲ ਥੋੜ੍ਹੀ ਹੈ। ਸਰੀਰਕ ਜਾਣਕਾਰੀ ਜਿਹੜੀ ਹੈ ਨਾ ਉਹ ਅਲੱਗਾ ਹੈ। ਖਿਆਲ ਵਿੱਚ ਰੱਖੋ, ਜਿਹੜਾ ਸਮਾਂ ਨਿਕਲ ਗਿਆ ਹੈ ਨਾ, ਜੋ ਸਰੀਰ ਨੇ ਜਾਣਿਆ ਹੈ ਓਨਾ ਹੀ ਜਾਣਦਾ ਹੈ ਬੁੱਧ ਪੁਰਸ਼ਾਂ ਦਾ ਵੀ ਸਰੀਰ। ਹੁਣ ਜਿਵੇਂ ਆਹ ਟੈਲੀਫੋਨ ਆ ਕਬੀਰ ਜੀ ਦੇ ਹੱਥ ਦੇ ਵਿੱਚ ਫੜਾਓਗੇ ਤੇ ਉਹਨਾਂ ਨੂੰ ਚਲਾਉਣਾ ਨਹੀਂ ਆਉਣਾ ਹੈ, ਉਹਨਾਂ ਨੂੰ ਦੱਸਣਾ ਪਵੇਗਾ ਚਲਾਉਣਾ, ਕਿਉਂਕਿ ਸਰੀਰ ਵਾਸਤੇ ਉਪਯੋਗੀ ਹੈ ਤੇ ਸਰੀਰ ਦੀ ਹੀ ਜਾਣਕਾਰੀ ਹੈ। ਇਹਦੇ ਦੁਆਰਾ ਇਹ ਸਿੱਖਣਾ ਪਵੇਗਾ। ਹੁਣ ਉਹਨਾਂ ਨੂੰ ਮੋਟਰ ਗੱਡੀ ਦੇ ਦਿਓ ਚਲਾਉਣ ਵਾਸਤੇ, ਉਹ ਵੀ ਉਹਨਾਂ ਨੂੰ ਸਿੱਖਣੀ ਪਵੇਗੀ। ਸਰੀਰਕ ਤਲ 'ਤੇ ਜਿਹੜੀ ਜਾਣਕਾਰੀ ਹੈ ਨਾ ਉਹ ਸਿੱਖਣੀ ਪੈਂਦੀ ਹੈ, ਪੁੱਛਣੀ ਪੈਂਦੀ ਹੈ ਦੂਸਰੇ ਕੋਲੋਂ। ਤੇ ਪਿਤਾ ਕਾ ਜਨਮ ਕੇ ਜਾਣੇ ਪੂਤ, ਉਹਦਾ ਭਾਵ ਇਹ ਨਹੀਂ ਹੈ ਜੋ ਭਾਵ ਜੋ ਅਰਥ ਇਹ ਲੈ ਰਹੇ ਹਨ ਉਸ ਪੰਕਤੀ ਦਾ। ਉਹਦਾ ਭਾਵ ਇਹ ਹੈ ਵੀ ਪਰਮਾਤਮਾ ਦਾ ਜਿੱਥੋਂ ਤੁਸੀਂ ਆਏ ਹੋ, ਜਿੱਥੋਂ ਤੁਸੀਂ ਪੈਦਾ ਹੋਏ ਹੋ, ਉਹਨੂੰ ਤੁਸੀਂ ਜਾਣ ਨਹੀਂ ਸਕਦੇ, ਕਿਉਂਕਿ ਉਹ ਜਾਣਕਾਰੀ ਤੋਂ ਪਿੱਛੇ ਹੈ। ਉਹਦੀ ਜਾਣਕਾਰੀ ਨਹੀਂ ਹੁੰਦੀ ਹੈ ਬੁੱਧੀ ਦੁਆਰਾ। ਪਰਮਾਤਮਾ ਗਿਆਨ ਦਾ ਹਿੱਸਾ ਨਹੀਂ ਬਣਦਾ ਹੈ ਕਦੀ। ਇਸ ਕਰਕੇ ਪਰਮਾਤਮਾ ਨੂੰ ਸਿੱਧ ਵੀ ਨਹੀਂ ਕੀਤਾ ਜਾ ਸਕਦਾ ਕਿਸੇ ਪ੍ਰਮਾਣ ਦੁਆਰਾ, ਕਿਉਂਕਿ ਸਿੱਧ ਕਰਨਾ ਹੈ ਬੁੱਧੀ ਨੇ, ਤਾਂ ਉਹ ਬੁੱਧੀ ਤੋਂ ਪਿੱਛੇ ਹੈ। ਫਿਰ ਸਿੱਧ ਕਰਨਾ ਹੈ ਅੱਖਰਾਂ ਦੁਆਰਾ, ਤੇ ਅੱਖਰਾਂ 'ਚ ਉਹ ਆਉਂਦਾ ਨਹੀਂ ਹੈ, ਸਮਾਉਂਦਾ ਨਹੀਂ।
ਅਕਥ ਨਾ ਕਥਨਾ ਜਾਈ, ਉਹ ਕਥਨ ਦੇ ਵਿੱਚ ਨਹੀਂ ਆਉਂਦਾ। ਅਤੇ ਇਸ ਕਰਕੇ ਕੋਈ ਵੀ ਸਿੱਧ ਨਹੀਂ ਕਰ ਪਾਉਂਦਾ। ਦਰਅਸਲ ਇਹ ਪੁੱਛਣਾ ਚਾਹੀਦਾ ਸੀ, ਅਗਰ ਉੱਥੇ ਕਬੀਰ ਜੀ ਵਰਗੇ ਹੁੰਦੇ ਨਾ ਮਹਾਂਪੁਰਸ਼, ਤਾਂ ਉਹ ਨਾਸਤਿਕ ਨੂੰ ਕਹਿੰਦੇ ਪਹਿਲਾਂ ਤੂੰ ਸਿੱਧ ਕਰ ਵੀ ਪਰਮਾਤਮਾ ਨਹੀਂ ਹੈ। ਹੁਣ ਨਹੀਂ ਹੈ ਪਰਮਾਤਮਾ, ਇਹ ਵੀ ਕਿਵੇਂ ਸਿੱਧ ਕਰੋਗੇ? ਉਹਨੂੰ ਕਿਹਾ ਕਵੇ ਵੀ ਤੂੰ ਪਹਿਲਾਂ ਖੋਜ ਤੇ ਸਹੀ, ਤੂੰ ਖੋਜ ਕੇ ਕਹਿ ਰਿਹਾ ਪਰਮਾਤਮਾ ਨਹੀਂ ਹੈ। ਨਾ ਨਾਸਤਿਕ ਖੋਜ ਕੇ ਕਹਿ ਰਿਹਾ ਹੈ ਪਰਮਾਤਮਾ ਨਹੀਂ ਹੈ, ਨਾ ਆਸਤਿਕ ਖੋਜ ਕੇ ਕਹਿ ਰਹੇ ਹਨ ਪਰਮਾਤਮਾ ਹੈ। ਦੋਵਾਂ ਦਾ ਗਿਆਨ ਹੀ ਉਧਾਰ ਹੈ ਬਿਲਕੁਲ। ਉਹ ਮਸਕੀਨ ਜੀ ਕਹਿ ਰਹੇ ਹਨ ਵੀ ਜਿਵੇਂ ਮਾਂ ਦੱਸ ਰਹੀ ਹੈ ਵੀ ਇਹ ਤੇਰੇ ਪਿਤਾ ਹਨ ਤੇ ਤੂੰ ਮੰਨ ਲੈਣਾ, ਇੱਦਾਂ ਗੁਰੂ ਦੱਸ ਰਹੇ ਹਨ ਪਰਮਾਤਮਾ ਹੈ ਤੇ ਤੁਸੀਂ ਮੰਨਣਾ ਹੈ। ਇਹ ਤੇ ਉਧਾਰ ਹੋਇਆ ਮੰਨਣਾ। ਇੱਦਾਂ ਹੀ ਤੇ ਧਾਰਮਿਕ ਲੋਕ ਮੰਨੀ ਜਾ ਰਹੇ ਹਨ। ਪਰਮਾਤਮਾ ਨੂੰ ਮਨ ਦੇ ਤਲ ਤੇ ਥੋੜ੍ਹੀ ਮੰਨਣਾ ਹੈ ਵੀ ਗੁਰੂ ਨੇ ਕਹਿ ਦਿੱਤਾ ਪਰਮਾਤਮਾ ਹੈ, ਸਾਰੀ ਜਗ੍ਹਾ ਸਮਾਇਆ ਹੋਇਆ ਹੈ, ਰਮਿਆ ਹੋਇਆ, ਤੇ ਇਹਦੇ ਮੰਨਣ ਨਾਲ ਤੁਹਾਨੂੰ ਪਤਾ ਲੱਗ ਜਾਊਗਾ। ਇਹ ਪੰਕਤੀਆਂ ਵੀ ਤੁਸੀਂ ਯਾਦ ਕਰ ਲਵੋਗੇ, ਬਹੁਤ ਇਹ ਕਰੀ ਬੈਠੇ ਹਨ। ਸਾਰੀ ਗੁਰਬਾਣੀ ਵੀ ਕਈ ਯਾਦ ਕਰ ਲੈਂਦੇ, ਉਹਨਾਂ ਨੂੰ ਗਿਆਨ ਥੋੜ੍ਹੀ ਹੋ ਜਾਂਦਾ। ਇਹਨੂੰ ਮੰਨਣਾ ਥੋੜ੍ਹੀ ਹੈ ਵੀ ਪਰਮਾਤਮਾ ਹੈ। ਪਰਮਾਤਮਾ ਨੂੰ ਜਾਣਨਾ ਹੈ। ਮਨੌਤ ਤੇ ਮਨ 'ਚ ਹੋਊਗੀ ਨਾ, ਵਿਚਾਰ ਦੇ ਤਲ 'ਤੇ ਹੋਊ। ਅਤੇ ਜਿਨ੍ਹਾਂ ਨੇ ਜਾਣਿਆ ਹੈ ਨਾ, ਉਹਨਾਂ ਨੇ ਕਿਹਾ ਹੈ, ਅਤੇ ਉਹਨਾਂ ਦੇ ਕਹੇ ਨੂੰ ਅਗਰ ਤੁਸੀਂ ਰੱਟੀ ਵੀ ਗਏ ਤਾਂ ਵੀ ਗਿਆਨ ਨਹੀਂ ਹੋਣਾ। ਸੁਣੀ ਵੀ ਗਏ, ਕਈ ਕੀਰਤ ਨਹੀਂ ਸੁਣੀ ਜਾਂਦੇ। ਮਾਤ ਗਰਭ ਮਹਿ ਤੁਮ ਹੀ ਪ੍ਰਤਪਾਲਕ, ਮਿਰਤ ਮੰਡਲ ਇੱਕ ਤੂੰ ਹੀ, ਵੀ ਸਾਰੀ ਜਗ੍ਹਾ ਤੂੰ ਹੀ ਤੂੰ। ਇਹਨੂੰ ਸੁਣ ਕੇ ਤੁਹਾਡੇ ਖਿਆਲ ਦੇ ਵਿੱਚ ਪਰਮਾਤਮਾ ਆਉਂਦਾ ਥੋੜ੍ਹੀ ਹੈ। ਜਿੰਨਾ ਚਿਰ ਕੀਰਤਨ ਚੱਲਦਾ ਹੈ ਉਦੋਂ ਤੁਸੀਂ ਸਿਰ ਮਾਰਦੇ ਆਹ ਵੀ ਤੂੰ ਹੀ ਤੂੰ ਹੈ ਸਾਰੀ ਜਗ੍ਹਾ, ਪਰ ਉਹ ਕਿੰਨਾ ਚਿਰ ਖਿਆਲ ਰਹਿੰਦਾ ਹੈ, ਉਸੇ ਵੇਲੇ ਭੁੱਲ ਜਾਂਦਾ, ਫਿਰ ਵਿਚਾਰਾਂ ਦੇ ਵਿੱਚ ਖੋ ਜਾਂਦੇ ਤੁਸੀਂ। ਅਗਰ ਸਾਰੀ ਜਗ੍ਹਾ ਪਰਮਾਤਮਾ ਹੀ ਹੈ ਫਿਰ ਵਿਚਾਰ ਨਹੀਂ ਚੱਲਦੇ ਹਨ, ਕਿਉਂਕਿ ਵਿਚਾਰ ਕਿਵੇਂ ਚੱਲਣਗੇ? ਇੱਕ ਦੇ ਵਿੱਚ ਵਿਚਾਰ ਕਿਵੇਂ ਚੱਲਣਗੇ? ਵਿਚਾਰ ਤੇ ਅਨੇਕ ਦੇ ਵਿੱਚ ਚੱਲਦੇ ਹਨ, ਦਵੈਤ ਦੇ ਵਿੱਚ ਚੱਲਦੇ ਹਨ। ਅਦਵੈਤ ਦੇ ਵਿੱਚ ਵਿਚਾਰ ਨਹੀਂ ਚੱਲਦੇ, ਫਿਰ ਤੁਸੀਂ ਸੋਚੋਗੇ ਨਹੀਂ, ਕਿਉਂਕਿ ਦੂਸਰਾ ਨਹੀਂ ਹੈ। ਫਿਰ ਸੋਚਣਾ ਕਿਵੇਂ ਹੋ ਸਕਦਾ ਹੈ ਅਗਰ ਦੂਸਰਾ ਹੈ ਹੀ ਨਹੀਂ? ਤੇ ਇਹ ਸਿਰਫ ਇੱਕ ਖਿਆਲ ਹੀ ਰਹੇਗਾ ਤੁਹਾਡਾ, ਤੇ ਪਰਮਾਤਮਾ ਕੋਈ ਸੰਬੰਧ ਨਹੀਂ ਹੈ। ਜਿਵੇਂ ਸੰਬੰਧ ਕਹਿੰਦੇ ਹਨ ਨਾ, ਮਾਤਾ ਦਾ ਪੁੱਤਰ ਵਰਗਾ, ਪੁੱਤਰ ਦਾ ਸੰਬੰਧ ਹੁੰਦਾ ਹੈ, ਇਹ ਤਾਂ ਪਰਮਾਤਮਾ ਦਾ ਹੈ। ਜਾਂ ਪੇ ਦਾ ਸੰਬੰਧ ਹੈ ਪੁੱਤਰ ਦੇ ਨਾਲ, ਕਈ ਧਰਮ ਐਸਾ ਸੰਬੰਧ ਮੰਨਦੇ ਹਨ। ਕਈ ਪ੍ਰੇਮੀ ਦਾ ਸੰਬੰਧ, ਪ੍ਰੇਮਿਕਾ ਦਾ ਸੰਬੰਧ ਮੰਨਦੇ ਹਨ। ਉਹ ਤੇ ਸਿਰਫ ਸਮਝਾਇਆ ਗਿਆ ਹੈ ਵੀ ਜਿਹੜੇ ਸੰਬੰਧਾਂ ਨੂੰ ਤੁਸੀਂ ਜਾਣਦੇ ਹੋ ਨਾ, ਇਹਨਾਂ ਦੇ ਆਧਾਰ 'ਤੇ ਤੁਸੀਂ ਖਿਆਲ ਕਰ ਸਕੋ ਪਰਮਾਤਮਾ ਵੱਲ। ਵੀ ਤੁਸੀਂ ਮਾਂ ਦੇ ਸੰਬੰਧ ਨੂੰ ਜਾਣਦੇ ਹੋ, ਬੜਾ ਪ੍ਰੇਮ ਪੂਰਵਕ ਹੁੰਦਾ ਹੈ, ਵੀ ਜਿੱਦਾਂ ਮਾਂ ਪ੍ਰੇਮ ਕਰਦੀ ਹੈ ਤਾਂ ਪਰਮਾਤਮਾ ਵੀ ਪ੍ਰੇਮ ਕਰਦਾ ਹੈ ਤੁਹਾਨੂੰ। ਤੁਹਾਡਾ ਖਿਆਲ ਬਣ ਸਕੇ, ਤੁਹਾਡੇ ਅੰਦਰ ਦਇਆ ਭਾਵ ਪੈਦਾ ਹੋਵੇ, ਤੁਸੀਂ ਉਹਨੂੰ ਕਿਸੇ ਢੰਗ ਦੇ ਨਾਲ ਮਾਂ ਦੇ ਖਿਆਲ ਦੁਆਰਾ ਪਰਮਾਤਮਾ ਨੂੰ ਯਾਦ ਕਰੋ। ਇਸੇ ਕਰਕੇ ਦੇਵੀਆਂ ਦੇ ਮੰਦਰ ਬਣੇ ਹੋਏ ਹਨ, ਮਾਂ ਦੇ ਖਿਆਲ ਕਰਕੇ ਵੀ ਪਰਮਾਤਮਾ ਮਾਂ ਵਰਗਾ ਹੈ। ਕਈ ਪਿਤਾ ਦਾ ਸੰਬੰਧ ਜੋੜਦੇ ਹਨ, ਜਿਵੇਂ ਈਸਾਈ ਅਤੇ ਸੂਫੀ ਫਕੀਰ, ਉਹ ਪ੍ਰੇਮਿਕਾ ਦਾ ਸੰਬੰਧ ਜੋੜਦੇ ਹਨ, ਕਈ ਪ੍ਰੇਮੀ ਦਾ ਜੋੜ ਲੈਂਦੇ ਹਨ। ਉਹ ਤਾਂ ਸਿਰਫ ਖਿਆਲ ਪਰਮਾਤਮਾ ਵੱਲ ਕਰਨ ਵਾਸਤੇ। ਹੁਣ ਧਾਰਮਿਕ ਲੋਕ ਆਪਣੇ ਗੁਰੂ ਦੇ ਨਾਲ ਸੰਬੰਧ ਜੋੜਦੇ ਹਨ, ਉਹ ਵੀ ਇੱਕ ਖਿਆਲ ਹੈ। ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧ ਜੋੜ ਲਿਆ ਸਿੱਖਾਂ ਦੇ ਨੇ,
ਜਾਂ ਹਿੰਦੂਆਂ ਨੇ ਕ੍ਰਿਸ਼ਨ ਦੇ ਨਾਲ ਜੋੜਿਆ, ਇਹ ਵੀ ਤਾਂ ਇੱਕ ਖਿਆਲ ਹੀ ਹੈ ਨਾ। ਹੁਣ ਕਿਹਾ ਜਾਂਦਾ ਹੈ ਪਿਤਾ ਦਾ ਜਨਮ ਨਹੀਂ ਜਾਣਦਾ ਹੈ ਪੁੱਤਰ, ਤੇ ਗੁਰੂਆਂ ਦੇ ਜਨਮ ਨੂੰ ਤੁਸੀਂ ਜਾਣਦੇ ਹੋ? ਇਹ ਵੀ ਤਾਂ ਸੋਚੋ। ਪਿਤਾ ਤੇ ਇਹ ਤੁਹਾਡੇ ਕੋਲ ਹੈ, ਗੁਰੂ ਤੇ ਬਹੁਤ ਸਮੇਂ ਪਹਿਲਾਂ ਹੋਏ, ਉਹਨਾਂ ਨੂੰ ਤੁਸੀਂ ਜਾਣਦੇ ਹੋ? ਉਹਨਾਂ ਦੇ ਨਾਲ ਸੰਬੰਧ ਕਿਵੇਂ ਜੋੜ ਸਕਦੇ ਤੁਸੀਂ? ਇਹ ਵੀ ਤਾਂ ਸੋਚੋ। ਸਿਰਫ ਗੁਰੂਆਂ ਦੇ ਨਾਲ ਸੰਬੰਧ ਜੋੜਦੇ ਹਨ ਖਿਆਲ ਕਰਕੇ। ਖਿਆਲ ਤੇ ਠੀਕ ਹੈ ਵੀ ਇੱਕ ਖਿਆਲ ਕਰਕੇ ਦੂਸਰੇ ਖਿਆਲ ਹਟ ਜਾਂਦੇ ਹਨ। ਇਸ ਕਰਕੇ ਕਿਹਾ ਜਾਂਦਾ ਹੈ ਵੀ ਤੁਸੀਂ ਇੱਕ ਪਾਸੇ ਖਿਆਲ ਕਰ ਲਓ ਤੇ ਦੂਸਰੇ ਖਿਆਲ ਸੰਸਾਰ ਦੇ ਹਟਣ, ਦੂਸਰੇ ਪਾਸੋਂ ਧਿਆਨ ਹਟੇ ਤੇ ਤੁਹਾਡਾ ਇੱਕ ਪਾਸੇ ਧਿਆਨ ਲੱਗ ਜਾਵੇ। ਗੁਰੂ ਨਾਨਕ ਦੇਵ ਜੀ ਦਾ ਖਿਆਲ ਕੀਤਾ ਤੇ ਉੱਧਰ ਧਿਆਨ ਲੱਗ ਗਿਆ, ਕੋਈ ਗੁਰੂ ਗੋਬਿੰਦ ਸਿੰਘ ਦਾ ਖਿਆਲ ਕਰ ਲੈਂਦਾ। ਇੱਦਾਂ ਅਲੱਗ ਅਲੱਗ ਧਰਮਾਂ ਦੇ ਲੋਕ ਹਨ, ਫਿਰ ਉਹ ਖਿਆਲ ਦੇ ਨਾਲ ਜੁੜ ਜਾਂਦੇ ਹਨ। ਉਹ ਫਿਰ ਕਹਿੰਦੇ ਹਨ ਵੀ ਸਾਡੇ ਗੁਰੂ, ਵੀ ਜਿਸ ਤਰ੍ਹਾਂ ਅਸੀਂ ਗੁਰੂਆਂ ਨੂੰ ਮੰਨਦੇ ਇੱਦਾਂ ਹੀ ਸਾਰੇ ਮੰਨਣ, ਵੀ ਸਾਡੇ ਗੁਰੂ ਮਹਾਨ। ਤੋ ਖਿਆਲ ਦੇ ਨਾਲ ਜੁੜ ਜਾਂਦੇ ਹਨ, ਖਿਆਲ ਵੀ ਉਹਨਾਂ ਦਾ ਆਪਣਾ ਹੈ। ਇਸ ਕਰਕੇ ਧਾਰਮਿਕ ਲੋਕ ਹਿੰਸਕ ਹੋ ਜਾਂਦੇ ਹਨ, ਕਿਉਂਕਿ ਉਹ ਸੋਚਦੇ ਹਨ ਜਿੱਦਾਂ ਦਾ ਸਾਡਾ ਖਿਆਲ ਹੈ ਨਾ ਗੁਰੂ ਦੇ ਨਾਲ, ਉੱਦਾਂ ਦਾ ਦੂਸਰਿਆਂ ਦਾ ਵੀ ਹੋਵੇ। ਹੁਣ ਕਿਸੇ ਦਾ ਖਿਆਲ ਕਿਤੇ ਜੁੜਿਆ ਹੋਇਆ ਹੈ ਕਿਸੇ ਦੇਵੀ ਦੇਵਤਾ ਦੇ ਨਾਲ, ਕਿਸੇ ਦਾ ਕਿਸੇ ਹੋਰ ਮਹਾਂਪੁਰਸ਼ ਦੇ ਨਾਲ ਖਿਆਲ ਜੁੜ ਗਿਆ, ਕਿਸੇ ਦਾ ਕਿਸੇ ਮੜੀਆਂ ਮੱਟੀਆਂ 'ਤੇ ਵੀ ਖਿਆਲ ਜੁੜੇ ਹੋਏ ਹਨ, ਕਿਸੇ ਦਾ ਮਾਤਾ ਪਿਤਾ 'ਤੇ ਹੀ ਖਿਆਲ ਹੈ ਵੀ ਇਹੋ ਹੀ ਰੱਬ ਹਨ। ਹੁਣ ਉਹਨਾਂ ਦੇ ਖਿਆਲ ਨੂੰ ਥੋੜ੍ਹੀ ਤੁਸੀਂ ਬਦਲ ਸਕਦੇ। ਉਹ ਕਹਿੰਦੇ ਨਹੀਂ, ਜਿਸ ਤਰ੍ਹਾਂ ਅਸੀਂ ਸੋਚਦੇ ਹਨ ਨਾ ਆਪਣੇ ਗੁਰੂਆਂ ਬਾਰੇ, ਉੱਦਾਂ ਹੀ ਤੁਸੀਂ ਸੋਚੋ। ਤੇ ਧਾਰਮਿਕ ਲੋਕ ਹਿੰਸਕ ਹੋ ਜਾਂਦੇ ਹਨ। ਸੰਸਾਰਿਕ ਖਿਆਲ ਹਟਦੇ ਹਨ ਤੇ ਧਾਰਮਿਕ ਖਿਆਲਾਂ 'ਚ ਉਲਝ ਜਾਂਦੇ ਹਨ। ਤੇ ਖਿਆਲ ਤੋਂ ਵੀ ਛੁਟਕਾਰਾ ਪਾਉਣਾ ਹੈ। ਤੇ ਜਿਹੜੇ ਪ੍ਰਚਾਰਕ ਹਨ ਨਾ, ਇਹ ਸਿਰਫ ਖਿਆਲਾਂ ਦੇ ਨਾਲ ਹੀ ਜੋੜ ਦਿੰਦੇ ਹਨ ਕਿ ਸਿੱਖ ਧਰਮ ਦਾ ਪ੍ਰਚਾਰਕ ਹੈ ਤੇ ਸਿੱਖਾਂ ਦੇ ਖਿਆਲਾਂ ਦੇ ਨਾਲ ਜੋੜ ਦਿੱਤਾ, ਸਿੱਖਾਂ ਦੀਆਂ ਵਿਚਾਰਧਾਰਾ ਦੇ ਨਾਲ ਜੋੜ ਦਿੱਤਾ। ਜੇ ਹਿੰਦੂਆਂ ਦਾ ਪ੍ਰਚਾਰਕ ਹੈ, ਹਿੰਦੂਆਂ ਦੀ ਵਿਚਾਰਧਾਰਾ ਦੇ ਨਾਲ, ਖਿਆਲਾਂ ਦੇ ਨਾਲ ਜੋੜ ਦਿੰਦਾ। ਤੇ ਪ੍ਰਚਾਰਕ ਜਿਹੜੇ ਹਨ ਨਾ, ਇਹਨਾਂ ਨੇ ਕਰਕੇ ਹੀ ਬਾਹਰ ਆਹ ਜਿਹੜੇ ਧਰਮ ਬਣਦੇ ਹਨ, ਤੇ ਇਹਨਾਂ ਦੇ ਕਰਕੇ ਹੀ ਵਿਰੋਧ ਹੁੰਦਾ ਹੈ। ਤੇ ਜਿਹੜਾ ਵਾਸਤਵਿਕ ਜਾਣਦਾ ਹੈ ਨਾ, ਉਹ ਕਹਿੰਦਾ ਹੈ ਬਾਹਰ ਨਹੀਂ ਜੁੜਨਾ ਹੈ ਕਿਸੇ ਧਰਮ ਨਾਲ, ਤੁਸੀਂ ਆਪਣੇ ਅੰਦਰ ਜੁੜਨਾ ਹੈ। ਬਾਹਰ ਪਹਿਰਾਵੇ ਨਾਲ ਨਹੀਂ ਜੁੜਨਾ ਹੈ, ਨਾ ਸਿੱਖਾਂ ਦੇ ਪਹਿਰਾਵੇ ਨਾਲ, ਨਾ ਹਿੰਦੂਆਂ ਦੇ ਨਾਲ, ਨਾ ਮੁਸਲਮਾਨਾਂ ਦੇ ਨਾਲ, ਨਾ ਈਸਾਈਆਂ ਦੇ, ਕਿਸੇ ਪਹਿਰਾਵੇ ਨਾਲ ਨਹੀਂ ਜੁੜਨਾ, ਕਿਉਂਕਿ ਤੁਸੀਂ ਬਾਹਰ ਪਹਿਰਾਵਾ ਨਹੀਂ ਹੋ, ਤੁਸੀਂ ਆਪਣੇ ਅੰਦਰ ਜੁੜਨਾ ਹੈ। ਇਹੋ ਹੀ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਅੰਦਰ ਜੁੜਨਾ ਹੈ ਤੁਸੀਂ, ਬਾਹਰ ਥੋੜ੍ਹੀ ਜੁੜਨਾ। ਉੱਥੇ ਕਿਸੇ ਪਹਿਰਾਵੇ ਦੀ ਗੱਲ ਥੋੜ੍ਹੀ ਗੁਰੂ ਨਾਨਕ ਦੇਵ ਜੀ ਨੇ ਕੀਤੀ। ਉੱਥੇ ਤੇ ਸਾਰਿਆਂ ਦੇ ਵਿੱਚ ਇੱਕੋ ਹੀ ਵਰਤ ਰਿਹਾ, ਸਭ ਮੇਂ ਵਰਤੈ ਸੱਚਾ ਸੋਈ, ਤਿਸਕਾ ਕੀਆ ਸਭ ਕੁਛ ਹੋਏ। ਹੁਕਮ ਪਛਾਣੇ ਸੋ ਇੱਕੋ ਜਾਣੇ, ਬੰਦਾ ਕਹੀਏ ਸੋ। ਉਹ ਕਹਿੰਦੇ ਹਨ ਸਾਰਿਆਂ 'ਚ ਇੱਕੋ ਹੀ ਵਰਤ ਰਿਹਾ ਹੈ, ਪਹਿਰਾਵਿਆਂ ਦੇ ਨਾਲ ਨਹੀਂ ਜੁੜਨਾ, ਤੁਸੀਂ ਆਪਣੇ ਅੰਦਰ ਜੁੜਨਾ ਹੈ। ਫਿਰ ਜਿਹੜੇ ਬਾਹਰਲੇ ਸੰਬੰਧ ਹਨ, ਮਾਤਾ ਦਾ ਹੈ, ਪਿਤਾ ਦਾ ਹੈ, ਭਰਾ ਦਾ ਹੈ, ਕੋਈ ਵੀ ਸੰਬੰਧ ਹੈ ਬਾਹਰ, ਉਹ ਕਿੰਨਾ ਵੀ ਮਜ਼ਬੂਤ ਹੋਵੇ, ਕਿੰਨਾ ਵੀ ਨੇੜਤਾ ਵਾਲਾ ਹੋਵੇ, ਤਾਂ ਵੀ ਇੱਕ ਨਹੀਂ ਹੋ ਸਕਦਾ ਬਾਹਰੋਂ। ਪਰ ਅੰਦਰ ਤੁਹਾਡਾ ਆਪਣੇ ਨਾਲ ਸੰਬੰਧ ਇੱਕ ਹੋ ਜਾਂਦਾ ਹੈ। ਜਿਵੇਂ ਇਵੇਂ ਪੁੱਛੀਏ ਤੁਹਾਨੂੰ ਵੀ ਤੁਹਾਡਾ ਤੁਹਾਡੇ ਨਾਲ ਕੀ ਸੰਬੰਧ ਹੈ? ਕੀ ਸੰਬੰਧ ਹੈ ਤੁਹਾਡਾ ਤੁਹਾਡੇ ਨਾਲ? ਕਿਉਂਕਿ ਉੱਥੇ ਦਵੈਤ ਨਹੀਂ ਹੈ ਨਾ, ਦੂਸਰਾ ਨਹੀਂ, ਤੁਸੀਂ ਕਿਵੇਂ ਦੱਸੋਗੇ? ਜਲ ਤਰੰਗ ਫੇਨ ਬੁੱਧ ਬੁੱਧਾ ਜਲ ਤੇ ਪਿਨ ਨਾ ਹੋਏ, ਉਹਨਾਂ ਦਾ ਕੀ ਹੈ ਫਰਕ? ਇੱਕੋ ਹੀ ਹਨ ਅੰਦਰੋਂ। ਬਾਹਰੋਂ ਤਰੰਗ ਦਿਖਦੀ ਹੈ ਲਹਿਦਾ, ਤਰੰਗਾਂ ਦਿਖਦੀਆਂ ਹਨ ਲਹਿਦਾ,
ਅੰਦਰੋਂ ਤੇ ਸਾਰੀਆਂ ਜੁੜੀਆਂ ਹੋਈਆਂ ਨਾ ਸਾਗਰ ਦੇ ਨਾਲ। ਅੰਦਰੋਂ ਤੁਸੀਂ ਸਾਰੇ ਜੁੜੇ ਹੀ ਹੋਏ ਹੋ। ਤੇ ਬਾਹਰ ਜਿਹੜਾ ਦੇਖ ਰਿਹਾ ਹੈ ਲਹਿਰਾਂ ਦੇ ਵਿੱਚ ਉਲਝਿਆ ਹੋਇਆ ਹੈ, ਤੇ ਕੁਛ ਸਿੱਖ ਲਹਿਰਾਂ ਹਨ, ਕੁਛ ਹਿੰਦੂ ਲਹਿਰਾਂ, ਕੁਛ ਮੁਸਲਮਾਨ ਲਹਿਰਾਂ, ਤੇ ਲਹਿਰਾਂ ਹੀ ਲਹਿਰਾਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਤਕਰਾਰ ਹੋ ਰਹੀ, ਚਰਚਾ ਹੋ ਰਹੀ। ਇਹਨੂੰ ਕੋਈ ਚਰਚਾ ਕਹਿੰਦੇ। ਤੇ ਸਿੱਧ ਕੀਤਾ ਜਾ ਰਿਹਾ ਹੈ ਉਹਨੂੰ ਜਿਹਨੂੰ ਇਹ ਜਾਣਦੇ ਹੀ ਨਹੀਂ ਹਨ। ਜਾਣਕਾਰੀ ਦੁਆਰਾ ਪਰਮਾਤਮਾ ਸਿੱਧ ਥੋੜ੍ਹੀ ਹੁੰਦਾ। ਤੇ ਪਰਮਾਤਮਾ ਨਹੀਂ ਹੈ ਇਹ ਵੀ ਨਾਸਤਿਕ ਸਿੱਧ ਨਹੀਂ ਕਰ ਪਾਉਂਦਾ, ਕਦੀ ਕਰ ਵੀ ਨਹੀਂ ਸਕਦੇ। ਪਰਮਾਤਮਾ ਹੈ ਇਹ ਸਿੱਧ ਨਹੀਂ ਕਰਨਾ ਹੈ। ਪਰਮਾਤਮਾ 'ਚ ਡੁੱਬਣਾ ਹੈ, ਮਿਟਣਾ ਹੈ। ਪਰਮਾਤਮਾ ਨੂੰ ਜਿਹੜੇ ਜਾਣਨ ਜਾਂਦੇ ਹਨ ਨਾ, ਉਹ ਖੋ ਜਾਂਦੇ ਹਨ। ਕਹਿੰਦੇ ਇੱਕ ਸਮੁੰਦਰ ਦੇ ਕੰਢੇ 'ਤੇ ਲੂਣ ਦੇ ਡਲੇ ਬੈਠੇ ਹੋਏ ਸਨ। ਤੇ ਇੱਕ ਕਹਿ ਰਿਹਾ ਸੀ ਵੀ ਮੈਂ ਸਾਗਰ ਦੀ ਗਹਿਰਾਈ ਨੂੰ ਜਾਣਦਾ, ਬੜਾ ਗਹਿਰਾ ਹੈ। ਦੂਸਰਾ ਕਹਿੰਦਾ ਨਹੀਂ ਤੂੰ ਨਹੀਂ ਜਾਣਦਾ, ਮੈਂ ਜਾਣਦਾ। ਆਏ ਤੇ ਸਾਗਰ 'ਚੋਂ ਹੀ ਹਨ ਸਾਰੇ ਲੂਣ ਦੇ ਡਲੇ, ਪਰ ਬਾਹਰ ਖੜੇ ਹੋ ਕੇ ਇੱਕ ਦੂਸਰੇ ਨਾਲ ਚਰਚਾ ਕਰ ਰਹੇ ਹਨ। ਹਾਰ ਕੇ ਇੱਕ ਲੂਣ ਦਾ ਡਲਾ ਸਾਗਰ 'ਚ ਉਤਰ ਗਿਆ। ਉਹ ਕਹਿੰਦਾ ਵੀ ਮੈਂ ਮੁੜ ਕੇ ਆਣ ਕੇ ਦੱਸੂਗਾ। ਉਹ ਫਿਰ ਮੁੜਿਆ ਹੈ? ਮੁੜਦਾ ਹੀ ਨਹੀਂ, ਸਾਗਰ 'ਚ ਹੀ ਖੋ ਗਿਆ, ਸਾਗਰ ਦਾ ਹੀ ਰੂਪ ਹੋ ਗਿਆ। ਤਾਂ ਉਹਨੂੰ ਦੱਸਿਆ ਨਹੀਂ ਜਾ ਸਕਦਾ, ਕਿਹਾ ਨਹੀਂ ਜਾ ਸਕਦਾ, ਤੇ ਜਾਣਿਆ ਜਾ ਸਕਦਾ ਹੈ। ਤੇ ਜਾਣਕਾਰੀ ਹੈ ਨਾ ਜਿਨ੍ਹਾਂ ਕੋਲ, ਉਹ ਬਾਹਰ ਜੋੜਦੇ ਹਨ ਧਰਮਾਂ ਦੇ ਨਾਲ, ਪਹਿਰਾਵਿਆਂ ਦੇ ਨਾਲ। ਤੇ ਜਿਹੜੇ ਜਾਣਦੇ ਹਨ ਨਾ, ਉਹ ਕਹਿੰਦੇ ਹਨ ਬਾਹਰ ਨਹੀਂ ਜੁੜਨਾ ਹੈ ਕਿਤੇ ਵੀ, ਕਿਉਂਕਿ ਬਾਹਰ ਸੰਸਾਰ ਵੀ ਇੱਕ ਤੁਹਾਡਾ ਖਿਆਲ ਹੈ ਤੇ ਧਰਮ ਵੀ ਇੱਕ ਤੁਹਾਡਾ ਖਿਆਲ ਹੈ। ਤੇ ਸੰਸਾਰ ਦੇ ਖਿਆਲ ਤੋਂ ਮੁਕਤ ਹੋਣਾ ਹੈ, ਧਾਰਮਿਕ ਖਿਆਲਾਂ ਤੋਂ ਵੀ ਮੁਕਤ ਹੋਣਾ, ਇਹ ਵੀ ਇੱਕ ਵਿਚਾਰ ਹੈ। ਤੇ ਸਾਰੇ ਖਿਆਲਾਂ ਤੋਂ ਮੁਕਤ ਤਾਂ ਹੀ ਤੁਸੀਂ ਹੋ ਸਕਦੇ ਹੋ ਅਗਰ ਤੁਸੀਂ ਇਹ ਧਾਰਮਿਕ ਵਿਚਾਰਧਾਰਾ ਤੋਂ ਵੀ ਖਿਆਲ ਨੂੰ ਹਟਾਓਗੇ, ਤਾਂ ਤੁਸੀਂ ਅੰਦਰ ਜਾਓਗੇ। ਨਹੀਂ ਤੇ ਬਹੁਤੇ ਹੀ ਧਾਰਮਿਕ ਵਿਚਾਰਧਾਰਾ 'ਚ ਹੀ ਉਲਝੇ ਹੋਏ, ਕਿਉਂਕਿ ਇੰਨਾ ਪ੍ਰਚਾਰ ਸੁਣਿਆ ਹੈ ਉਹਨਾਂ ਨੇ, ਉਹਦੇ ਵਿੱਚ ਹੀ ਫਸੇ ਹੋਏ।